खास मुलाकात, खास मुलाकात। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੇ ਤੁਹਾਡੇ ਨਾਲ ਮੈਂ ਹਰਦੀਪ ਕੌਰ ਵਿਰਕ। ਦੋਸਤੋ, ਸਾਡੇ ਅੱਜ ਦੇ ਇਸ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਅਸੀਂ ਇੱਕ ਬੜੀ ਹੀ ਖਾਸ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡਾ ਇਹ ਪ੍ਰੋਗਰਾਮ ਖਾਸ ਮੁਲਾਕਾਤ, ਇਸ ਦੇ ਵਿੱਚ ਅਸੀਂ ਸਮੇਂ-ਸਮੇਂ 'ਤੇ ਵੱਖ-ਵੱਖ ਖੇਤਰਾਂ ਦੀਆਂ ਮਹਾਨ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦਾ ਜੀਵਨ ਦਾ ਸਫ਼ਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੜਾਅ ਦਰ ਪੜਾਅ ਜਿਹੜੀ ਹੈ ਕਿ ਕਹਿੰਦੇ ਨੇ ਜਦੋਂ ਵੀ ਕਿਸੇ ਇਨਸਾਨ ਦੀ ਜਿਹੜੀ ਸਫਲਤਾ ਦੇ ਜਿਹੜੇ ਦੁਆਰ ਖੁੱਲ੍ਹਦੇ ਨੇ ਉਹ ਇੱਕਦਮ ਨਹੀਂ ਖੁੱਲ੍ਹਦੇ, ਉਸ ਦੇ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਜਾ ਕੇ ਉਹ ਜਿਹੜੇ ਸਫਲਤਾ ਦੇ ਦੁਆਰ ਖੁੱਲ੍ਹਦੇ ਨੇ। ਸੋ ਸਾਡੇ ਸਟੂਡੀਓ ਦੇ ਵਿੱਚ ਇਸ ਸਮੇਂ ਮੇਰੇ ਨਾਲ ਹਾਜ਼ਰ ਨੇ ਡਾਕਟਰ ਸਵਰਨਜੀਤ ਸਿੰਘ, ਜਿਹੜੇ ਕਿ ਸਟੈਂਡਰਡ ਯੂਨੀਵਰਸਿਟੀ USA ਤੋਂ ਜਿਨ੍ਹਾਂ ਨੂੰ ਇੱਕ ਅਵਾਰਡ ਮਿਲਿਆ। ਅਵਾਰਡ ਵੀ ਐਸਾ ਮਿਲਿਆ ਕਿ ਸਿਰ ਜਿਹੜਾ ਹੈਗਾ ਬੜੇ ਮਾਣ ਦੇ ਨਾਲ ਉੱਚਾ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਟੌਪ 2% ਸਾਇੰਟਿਸਟ ਆਫ ਦਾ ਵਰਲਡ ਦਾ ਜਿਹੜਾ ਹੈਗਾ ਅਵਾਰਡ ਮਿਲਿਆ। ਸੋ ਵੈਲਕਮ ਕਰਦੇ ਹਾਂ ਡਾਕਟਰ ਸਵਰਨਜੀਤ ਸਿੰਘ ਦਾ। ਵੈਲਕਮ ਸਰ। थैंक यू। या माय नेम इज़ डॉक्टर स्वरनजीत सिंह एंड मेरे को अवार्ड मिला है स्टैनफोर्ड यूनिवर्सिटी USA जी और ये टॉप 2% साइंटिस्ट का मिला है। जी अच्छा काम किया है साइंस ने, जी उसके लिए ये अवार्ड मिला है। जी तो ये सब वाहिगुरु की मेहर है जी और मेरे पेरेंट्स की ब्लेसिंग्स है, जी तो मेरे को ये मिला। जी तो मेरी टीम बड़ी अच्छी थी। जी पहले मैं जोरहाट असम में काम करता था, जी रीजनल रिसर्च लेबोरेटरी जोरहाट। जी वहाँ से मेरी ट्रांसफ़र हुई 1987 में। जी फिर मैं चंडीगढ़ आ गया। जी चंडीगढ़ में लीडिंग लेबोरेटरी है इंस्टीट्यूट ऑफ माइक्रोबियल टेक्नोलॉजी। ਜੀ ਅਸੀਂ ਸਿਰ ਤੁਹਾਡੇ ਜਿਹੜਾ ਸਫ਼ਰ ਹੈ ਇਸ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ, ਲੇਕਿਨ ਮੈਂ ਸਭ ਤੋਂ ਪਹਿਲਾਂ ਕਿਉਂਕਿ ਜਦੋਂ ਕੋਈ ਵੀ ਇਨਸਾਨ ਜਨਮ ਲੈਂਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਹੈਗੇ ਉਹਦੇ ਪੇਰੈਂਟਸ ਉਸ ਨੂੰ ਕੁਝ ਬਣਾਉਣਾ ਚਾਹੁੰਦੇ ਨੇ, ਪਰ ਕਿਤੇ ਨਾ ਕਿਤੇ ਬੱਚੇ ਦੀ ਸਮ ਟਾਈਮ ਇਹ ਹੁੰਦੀ ਹੈ ਕਿ ਨਹੀਂ, ਮੇਰਾ ਜਿਹੜਾ ਖੇਤਰ ਕੁਝ ਹੋਰ ਹੈ। ਕਿ ਤੁਹਾਡੇ ਮਾਮਲੇ ਵਿੱਚ ਵੀ ਅਜਿਹੀ ਕੁਝ ਗੱਲ ਹੋਈ ਕਿ ਪੇਰੈਂਟਸ ਕੁਝ ਹੋਰ ਬਣਾਉਣਾ ਚਾਹੁੰਦੇ ਸੀ ਪਰ ਲੇਕਿਨ ਤੁਸੀਂ ਉੱਧਰ ਚਲੇ ਗਏ, ਜਾਂ ਤੁਹਾਡਾ ਏਮ ਸੀ ਕਿ ਨਹੀਂ ਮੈਂ ਵਾਕਈ ਇਸ ਖੇਤਰ ਦੇ ਵਿੱਚ ਜਾਣਾ ਹੈ ਤੇ ਇਹ ਬੁਲੰਦੀ ਪ੍ਰਾਪਤ ਕਰਨੀ ਹੈ? मेरे पेरेंट्स ने कभी प्रेशर नहीं पाया कि तू डॉक्टर बन या तू इंजीनियर बन। उन्होंने कहा बेटा जो तू बनना है वो बन जा। और ऑलवेज माय फादर एंड मदर दे वर सपोर्टिंग मी जी एंड दिस वाज माय फील्ड। गॉड ने मेरे को यही फील्ड दी थी, तो मैं इस फील्ड में आ गया, तो आगे बढ़ा। बट आई डिड वेरी हार्ड वर्क एंड डेडिकेशन एंड सिंसियरिटी, और उसका फल मिला है। ਤੇ ਲਗਾਤਾਰ ਜੇਕਰ ਆਪਾਂ ਗੱਲ ਕਰੀਏ, ਕਹਿੰਦੇ ਨੇ ਕੋਈ ਵੀ ਜਿਹੜਾ ਖੇਤਰ ਹੈ ਉਹਦੇ ਵਿੱਚ ਜਿੰਨੀ ਦੇਰ ਅਸੀਂ ਲਗਾਤਾਰ ਮਿਹਨਤ ਨਹੀਂ ਕਰਦੇ ਤੇ ਅੱਜ ਕੱਲ੍ਹ ਦੀ ਜੇਕਰ ਆਪਾਂ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਬੜੇ ਸ਼ਾਰਟਕਟਸ ਜਿਹੜੇ ਅਪਣਾਉਣਾ ਚਾਹੁੰਦੇ ਨੇ, ਸਫਲਤਾ ਜਲਦੀ ਮਿਲ ਜੇ ਹਰ ਬੰਦਾ ਚਾਹੁੰਦਾ ਹੈ। ਲੇਕਿਨ ਇਹਦੇ ਲਈ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਕਿ ਕੜੀ ਮਿਹਨਤ ਕੀਤੀ, ਕਿਸ ਤਰੀਕੇ ਦਾ ਜਿਹੜਾ ਹੈਗਾ ਉਹ ਦੌਰ ਰਿਹਾ, ਕਿੰਨਾ ਕੁ ਜਿਹੜਾ ਸੰਘਰਸ਼ ਇਸ ਦੇ ਲਈ ਕਰਨਾ ਪਿਆ? एक्चुअली शॉर्टकट हो नहीं सकता जी, यू हैव टू गो स्टेप बाय स्टेप। जी शॉर्टकट कभी तुम सक्सेस नहीं देगा, जो स्टेप बाय स्टेप मेहनत करोगे और आगे बढ़ोगे। तो इंडिया आजकल बड़ी कोऑपरेटिव हो गई है, बहुत ऑप्शन आ गए हैं इंडिया च। साढ़े बच्चे सारे बाहर चले जाते हैं, कोई कनाडा जाता है, कोई अमेरिका जाता है, कोई जर्मनी जाता है, कोई जापान जाता है। इंडिया तो एजुकेशन लैके अच्छी एजुकेशन they give their brain to foreign countries जी and this is called brain drain। जी ये ठीक नहीं है। जी they should now work in India because India ਵਿੱਚ ਬੜੀ opportunity ਆ ਗਈਆਂ ਅੱਜ ਕੱਲ੍ਹ, ਤੇ ਇੰਡੀਆ 'ਚ ਕੰਮ ਕਰਨ ਔਰ ਇੰਡੀਆ ਨੂੰ ਹੋਰ ਅੱਗੇ ਵਧਾਉਣ। ਜੀ ਡਾਕਟਰ ਸਵਰਨਜੀਤ ਜੀ, ਜੇਕਰ ਮੈਂ ਗੱਲ ਕਰਾਂ ਤੁਹਾਡੇ ਖੇਤਰ ਦੀ, ਜਿਸ ਤਰੀਕੇ ਦਾ ਇਹ ਅਵਾਰਡ ਮਿਲਿਆ ਤਾਂ ਆਪਾਂ ਜੇਕਰ ਗੱਲ ਕਰੀਏ ਪਿਆਰੇ ਦਰਸ਼ਕੋ ਤੇ ਕਿਤੇ ਕੋਈ ਛੋਟੀ ਗੱਲ ਨਹੀਂ ਹੈ, ਕਿਉਂਕਿ ਜੇਕਰ ਆਪਾਂ ਪੂਰੇ ਵਰਲਡ ਦੀ ਜਿੱਥੇ ਗੱਲ ਕਰਦੇ ਹਾਂ, ਪੂਰੇ ਸੰਸਾਰ ਦੀ ਗੱਲ ਕਰਦੇ ਹਾਂ, ਤੇ ਉਹਦੇ ਵਿੱਚ 2% ਕਿੰਨਾ ਕੁ ਜਿਹੜੀ ਗੱਲ ਆਉਂਦੀ ਹੈ, ਕਿੰਨਾ ਜਿਹੜਾ ਹੈਗਾ ਘੱਟ ਲੋਕਾਂ ਦੀ ਜਿਹੜੀ ਗੱਲ ਆਉਂਦੀ ਹੈ, ਤੇ ਉਹਨਾਂ ਦੇ ਵਿੱਚ ਅਜਿਹਾ ਅਵਾਰਡ ਪ੍ਰਾਪਤ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਲੇਕਿਨ ਵਾਰ-ਵਾਰ ਮੈਂ ਸਰ ਉਹੀ ਗੱਲ ਕਹਿ ਰਹੀ ਹਾਂ ਕਿ ਘਾਲਣਾ ਬੜੀ ਘਾਲੀ ਹੋਏਗੀ, ਮੁਸ਼ਕਿਲਾਂ ਬੜੀਆਂ ਆਈਆਂ ਹੋਣਗੀਆਂ। ਉਹ ਕਿਹੜੀਆਂ ਮੁਸ਼ਕਿਲਾਂ ਸੀ ਜਿਹੜੀਆਂ ਆਈਆਂ? ਇੱਕ ਤੇ ਹੁੰਦੀ ਹੈ ਮੈਡਮ ਪ੍ਰੋਫੈਸ਼ਨਲ ਜੈਲਸੀ। ਜੀ ਸਾਇੰਟਿਸਟ ਆਰ ਜੈਲਸ ਆਫ ਈਚ ਅਦਰ ਜੀ, ਔਰ ਸਪੈਸ਼ਲੀ ਦ ਹਾਇਰ ਅਪਸ ਉਹ ਕਾਫੀ ਟਰਬਲ ਕਰਦੇ ਹਨ। ਬਟ ਆਈ ਓਵਰਕੇਮ एवरीथिंग। सब ओवरकम करके मैं अपना काम किया है और सानू ये ऑनर मिले है। तो वी शुड बी पेशेंट एंड वी शुड बी हार्ड वर्किंग, वर्क रेगुलरली टू गेट सक्सेस। ਇਹ ਸਫਲਤਾ ਪ੍ਰਾਪਤ ਕਰਨ ਲਈ ਜੇਕਰ ਮੈਂ ਸਮੇਂ ਦੀ ਗੱਲ ਕਰਾਂ, ਮਿਆਦ ਦੀ ਗੱਲ ਕਰਾਂ, ਤਾਂ ਕਿੰਨਾ ਕੁ ਜਿਹੜਾ ਸਮਾਂ ਤੁਹਾਨੂੰ ਲੱਗ ਗਿਆ?
ਮੈਂ ਇੱਥੇ ਆਇਆ ਸੀ 1987 ਵਿੱਚ ਤੇ 30 ਸਾਲ ਹੋ ਗਏ ਨੂੰ ਜੀ 30 ਸਾਲ ਬਾਅਦ ਮੈਨੂੰ ਇਹ ਅਵਾਰਡ ਮਿਲਿਆ ਜੀ ਡਿਊ ਟੂ ਗੁੱਡ ਵਰਕ ਜੀ ਗੁੱਡ ਪਬਲੀਕੇਸ਼ਨਸ ਮੇਰੀਆਂ ਪਬਲੀਕੇਸ਼ਨ ਬੜੀਆਂ ਅੱਛੀਆਂ ਨੇ ਹਾਈ ਇੰਪੈਕਟ ਜਰਨਲ ਵਿੱਚ ਮੇਰਾ ਜਿਹੜਾ ਸਾਈਟੇਸ਼ਨ दैट इज़ 15,000 मेरा साइटेशन फैक्टर है एच इंडेक्स जो है वो 53 है जी 53 बहुत हाई होता है ओके इंपैक्ट फैक्टर जी तो वो मैंने मिलिया बिकॉज ऑफ टीम वर्क गुड टीम वर्क ਜੀ ਸੋ ਪਿਆਰੇ ਦਰਸ਼ਕੋ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਸਵਰਨਜੀਤ ਸਿੰਘ ਦੇ ਨਾਲ ਖਾਸ ਕਰਕੇ ਉਹਨਾਂ ਦੀ ਜ਼ਿੰਦਗੀ ਦਾ ਉਹ ਸਫ਼ਰ ਜਿਸ ਸਮੇਂ ਦੇ ਦੌਰਾਨ ਉਹਨਾਂ ਨੇ ਬੜੀ ਜਿਹੜੀ ਹੈਗੀ ਉਹ ਸਮਾਂ ਵੀ ਦੇਖਿਆ ਬੜੇ ਮੁਸ਼ਕਿਲਾਂ ਦੇ ਭਰੇ ਦੌਰ ਦੇ ਵਿੱਚੋਂ ਵੀ ਨਿਕਲੇ ਤੇ ਲਗਾਤਾਰ 30 ਸਾਲਾਂ ਦਾ ਸੰਘਰਸ਼ ਜਿਸ ਤੋਂ ਬਾਅਦ ਇਹ ਅਵਾਰਡ ਮਿਲਿਆ ਅਸੀਂ ਹੋਰ ਵੀ ਗੱਲਾਂ ਬਾਤਾਂ ਡਾਕਟਰ ਸਵਰਨਜੀਤ ਸਿੰਘ ਦੇ ਨਾਲ ਕਰਾਂਗੇ ਪਰ ਵਕਤ ਇੱਕ ਬ੍ਰੇਕ ਦਾ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਖਾਸ ਮੁਲਾਕਾਤ ਦੋਸਤੋ ਸਿਹਤਮੰਦ ਜੀਵਨ ਨਾਲ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਤੁਹਾਡੀ ਚੰਗੀ ਸਿਹਤ ਅਤੇ ਵੱਖ-ਵੱਖ ਰੋਗਾਂ ਦੇ ਸਹੀ ਇਲਾਜ ਸੰਬੰਧੀ ਜਾਗਰੂਕਤਾ ਮੁਹਿੰਮ ਤਹਿਤ ਚੜ੍ਹਦੀ ਕਲਾ ਟਾਈਮ ਟੀਵੀ ਲੈ ਕੇ ਆਇਆ ਹੈ ਇੱਕ ਖਾਸ ਪ੍ਰੋਗਰਾਮ ਹੈਲਦੀ ਲਾਈਫ। ਦੇਖੋ ਹਰ ਐਤਵਾਰ ਦੁਪਹਿਰ 3 ਵਜੇ ਅਤੇ ਰਿਪੀਟ ਟੈਲੀਕਾਸਟ ਵੀਰਵਾਰ ਦੁਪਹਿਰ 2:30 ਵਜੇ ਸਿਰਫ ਚੜ੍ਹਦੀ ਕਲਾ ਟਾਈਮ ਟੀਵੀ ਤੇ। healthy life ਖਾਸ ਮੁਲਾਕਾਤ ਸੋ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸੀ ਡਾਕਟਰ ਸਵਰਨਜੀਤ ਸਿੰਘ ਜੀ ਹੋਰਾਂ ਦੇ ਨਾਲ। ਗੁਰਬਾਣੀ ਦੇ ਵਿੱਚ ਤੁਕਾਂ ਆਉਂਦੀਆਂ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਪਰਮਾਤਮਾ ਦੀ ਰਜ਼ਾ ਪਰਮਾਤਮਾ ਦੀ ਮਿਹਰ ਹੁੰਦੀ ਹੈ ਕਿ ਉਸਨੇ ਕਿਸ ਪ੍ਰਾਣੀ ਨੂੰ ਚੁਣਨਾ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹਦੀਆਂ ਖੁਸ਼ੀਆਂ ਦੇ ਨਾਲ ਜਿਹੜੀ ਝੋਲੀ ਭਰ ਦੇਣੀ ਹੈ। ਸੋ ਡਾਕਟਰ ਸਵਰਨਜੀਤ ਸਿੰਘ ਹੋਰਾਂ ਨੂੰ ਜਦੋਂ ਇਹ ਅਵਾਰਡ ਮਿਲਿਆ ਤੇ ਉਹਨਾਂ ਨੂੰ ਕਦੋਂ ਇਹ ਪਤਾ ਲੱਗਿਆ ਕਿ ਇਹ ਅਵਾਰਡ ਉਹਨਾਂ ਨੂੰ ਮਿਲਣ ਜਾ ਰਿਹਾ? ਉਸ ਸਮੇਂ ਉਹਨਾਂ ਦੇ ਆਪਣੇ ਮਨ ਦੇ ਜਿਹੜੇ ਮਨੋਭਾਵ ਸੀ ਉਹ ਕਿਸ ਤਰੀਕੇ ਸੀ ਤੇ ਪਰਿਵਾਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਸੀ? ਮੈਂ ਬਹੁਤ ਐਕਸਾਈਟ ਹੋ ਗਿਆ ਸੀ ਜਦੋਂ ਅਵਾਰਡ ਮਿਲਿਆ। ਆਈ ਵਾਸ ਵੈਰੀ ਐਕਸਾਈਟਿਡ ਬਹੁਤ ਅੱਛਾ ਲੱਗਿਆ। ਮੈਂ ਬਿਲੀਵ ਨਹੀਂ ਕੀਤਾ ਵੀ ਮੇਰਾ ਨਾਂ 2% ਸਾਇੰਟਿਸਟ ਵਿੱਚ ਆ ਗਿਆ। ਦੈਨ ਆਈ ਇਨਫੋਰਮ ਮਾਈ ਮਦਰ ਆਈ ਇਨਫੋਰਮ ਮਾਈ ਬ੍ਰਦਰ ਐਂਡ ਸਿਸਟਰ ਔਰ ਮੈਨੂੰ ਬਹੁਤ ਕਾਲਸ ਆਈਆਂ ईमेल कॉल फ्रॉम ऑल ओवर द वर्ल्ड जी कंग्रेचुलेटिंग मी। मैं क्या यार ऐसे कमाल हो गया है हाँ तो आई मीन 2% साइंटिस्ट तो आई फेल्ट वेरी हैप्पी टॉप ऑफ द वर्ल्ड जी बहुत अच्छा लग्या ਜੀ। ਡਾਕਟਰ ਸਾਹਿਬ ਜੇਕਰ ਗੱਲ ਕਰੀਏ ਤਾਂ ਪਹਿਲਾਂ ਤੋਂ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਸੀ ਕਿ ਜਿਹੜੀ ਚੀਜ਼ ਹੋ ਸਕਦੀ ਹੈ ਮੈਨੂੰ ਅਵਾਰਡ ਮਿਲ ਸਕਦਾ। ਮਨ ਦੇ ਵਿੱਚ ਕਿਤੇ ਨਾ ਕਿਤੇ ਮਨ ਦੇ ਕਿਸੇ ਨੁਕਰੇ ਕਿਸੇ ਕੋਨੇ ਦੇ ਵਿੱਚ ਇਹ ਗੱਲ ਪਈ ਸੀ ਕਿ ਹਾਂ ਆਈ ਕੈਨ ਡੂ ਦਿਸ। ਇਹ ਅਵਾਰਡ ਪਹਿਲੇ ਨਹੀਂ ਮਿਲਦਾ ਸੀ ਇਹ ਪਹਿਲੀ ਵਾਰੀ ਮਿਲਿਆ। ਮੈਨੂੰ ਪਤਾ ਸੀ ਬਈ ਮੇਰਾ ਕੰਮ ਬਹੁਤ ਅੱਛਾ ਹੈ। ਮੇਰਾ ਸਾਈਟੇਸ਼ਨ ਇੰਡੈਕਸ ਜੋ ਹੈ 15,500 ਹੈ। ਮੈਨੂੰ ਪਤਾ ਸੀ ਮੇਰਾ ਕੰਮ ਨੰਬਰ 1 ਹੈ ਪਰ ਇਹ ਨਹੀਂ ਪਤਾ ਸੀ ਬਈ ਵਰਲਡ ਦਾ ਅਵਾਰਡ ਮਿਲੇਗਾ। ਹੋਰ ਜਿਹੜਾ ਮੇਰਾ ਐਚ ਇੰਡੈਕਸ ਹੈ ਉਹ 53 ਸੀ ਜੀ। ਮੈਨੂੰ ਪਤਾ ਸੀ ਵੀ ਆਰ ਡੂਇੰਗ ਐਕਸਲੈਂਟ ਵਰਕ ਬਟ ਜਦੋਂ ਮੈਨੂੰ ਅਵਾਰਡ ਮਿਲਿਆ ਆਈ ਵਾਸ ਰੀਅਲੀ ਵੈਰੀ ਵੈਰੀ ਡਿਲਾਈਟਡ ਜੀ। ਤੇ ਸਰ ਇਸ ਦੇ ਨਾਲ ਹੀ ਗੱਲ ਕਰੀਏ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਪਤਾ ਵੀ ਲੱਗ ਗਿਆ ਫਿਰ ਜਦੋਂ ਜਾਣ ਦਾ ਪ੍ਰੋਗਰਾਮ ਬਣਾਇਆ ਉੱਥੇ ਜਾ ਕੇ ਜਦੋਂ ਅਵਾਰਡ ਮਿਲਿਆ ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਸੀ ਜਾਂ ਦੋਸਤ ਮਿੱਤਰ ਸੀ ਕਹਿੰਦੇ ਨੇ ਕਿ ਜਦੋਂ ਅਸੀਂ ਧਰਤੀ ਤੇ ਹੁੰਦੇ ਆ ਅਸੀਂ ਫਰਸ਼ ਤੇ ਹੁੰਦੇ ਆ ਤੇ ਸਾਰੇ ਜਿਹੜੇ ਲੋਕ ਨੇ ਸਾਨੂੰ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੇ ਜੇ ਮਿਲਦੇ ਨੇ ਗੱਲਬਾਤ ਕਰਦੇ ਨੇ ਲੇਕਿਨ ਜਦੋਂ ਉੱਪਰ ਪਹੁੰਚ ਜਾਂਦੇ ਆ ਅਰਸ਼ ਤੇ ਹੁੰਦੇ ਆ ਤੇ ਸਾਰੇ ਸਲਾਮਾਂ ਕਰਦੇ ਨੇ। ਪ੍ਰਤੀਕਿਰਿਆ ਜਿਹੜੀ ਲੋਕਾਂ ਦੇ ਲਈ ਤੁਹਾਡੇ ਪ੍ਰਤੀ ਕਿੰਨੀ ਕੁ ਬਦਲੀ? ਸਭ ਨੇ ਮੈਨੂੰ ਕੰਗ੍ਰੈਚੁਲੇਟ ਕੀਤਾ ਗੁੱਡ ਵਿਸ਼ੇਸ ਦਿੱਤੀਆਂ ਬਲੇਸਿੰਗਸ ਦਿੱਤੀਆਂ ਬਟ ਆਈ ਐਮ ਦ ਸੇਮ ਸਵਰਨਜੀਤ ਸਿੰਘ ਜੋ ਮੈਂ ਪਹਿਲੇ ਸੀ ਹੁਣ ਵੀ ਉਹੀ ਆ ਜੀ। ਸੋ ਦੇयर इज नो ਚੇਂਜ ਇਨ ਰਿਲੇਸ਼ਨਸ਼ਿਪ ਇਨ ਮਾਈ ਬਿਹੇਵੀਅਰ ਸੇਮ ਆਈ ਐਮ ਦ ਸੇਮ ਪਰਸਨ ਜੀ। ਇਸ ਦੇ ਨਾਲ ਹੀ ਸਰ ਮੈਂ ਗੱਲ ਕਰਾਂ ਜਿੰਨਾ ਕਿ ਮੈਂ ਤੁਹਾਡੇ ਬਾਰੇ ਪੜ੍ਹਿਆ ਜਾਂ ਜਿੰਨਾ ਤੁਹਾਨੂੰ ਜਾਣਿਆ ਮੈਂ ਦੇਖਿਆ ਕਿ ਤੁਸੀਂ এনवायरमेंट ਦੇ ਖੇਤਰ ਵਿੱਚ ਵੀ ਬੜਾ ਕੰਮ ਕੀਤਾ ਹੈ। ਸੋ ਮੈਂ ਚਾਹਾਂਗੀ ਕਿ ਜਿਹੜੀ ਉਹ ਤੁਹਾਡੀ ਉਪਲਬਧੀ ਹੈ ਜਿਹੜੀ ਅਚੀਵਮੈਂਟਸ ਨੇ ਉਸ ਨੂੰ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ। ਮਾਈਕਰੋਬਸ ਹੁੰਦੇ ਨੇ ਮਾਈਕਰੋ ਆਰਗੇਨਿਜ਼ਮ ਜੀ ਉਹ ਬਹੁਤ ਹੈਲਪ ਕਰਦੇ ਨੇ ਸਾਨੂੰ। ਪੈਸਟੀਸਾਈਡ ਆਇਲ ਸਲੱਜ ਹਰਬੀਸਾਈਡ ਹਾਈਡਰੋਕਾਰਬਨਸ ਉਹ ਸੋਇਲ ਵਿੱਚ ਜਮ੍ਹਾਂ ਹੋ ਜਾਂਦੇ ਨੇ ਉਹ ਡਿਗਰੇਡ ਨਹੀਂ ਹੁੰਦੇ ਐਂਡ ਦੇ ਆਰ ਵੈਰੀ ਟੌਕਸਿਕ ਐਂਡ ਦੇ ਕਾਜ਼ ਕੈਂਸਰ ਸਾਨੂੰ ਕੈਂਸਰ ਹੋ ਜਾਂਦਾ ਹੈ ਤੇ ਜਿਹੜਾ ਬੈਕਟੀਰੀਆ ਹੈ ਨਾ ਔਰ ਫੰਜਾਈ ਹੈ ਉਹਨੂੰ ਡਿਗਰੇਡ ਕਰਦਾ ਹੈ ਜੀ। ਜਦੋਂ ਫਾਰਮਰ ਸਪਰੇ ਕਰਦਾ ਹੈ ਪੈਸਟੀਸਾਈਡ ਹਰਬੀਸਾਈਡ ਇਨਸੈਕਟੀਸਾਈਡ ਉਹਨੂੰ ਜਿਹੜੇ ਮਾਈਕਰੋਬਸ ਨੇ
ਜੀ ਬੈਕਟੀਰੀਆ ਫੰਜਾਈ ਜੀ ਹੋਰ ਅਲਗੀ ਉਹਨੂੰ ਡਿਗਰੇਡ ਕਰਦੇ ਨੇ ਤੇ এনवायरमेंट ਤੋਂ ਜਿਹੜੇ ਪੋਲੂਟੈਂਟਸ ਨੇ ਉਹ ਖਤਮ ਹੋ ਜਾਂਦੇ ਨੇ ਜੀ ਲਾਈਕ ਕੈਂਸਰ ਕਾਜ਼ਿੰਗ ਨੈਪਥਲੀਨ ਐਂਥ੍ਰੈਸੀਨ ਫੈਨਾਂਥਰੀਨ ਜੀ ਇਹ ਬੜੇ ਖਰਾਬ ਪੋਲੂਟੈਂਟਸ ਨੇ ਜੀ ਤੇ ਬੈਕਟੀਰੀਆ ਜਿਹੜਾ ਹੈ ਤਾਂ ਸਿੰਗਲ ਸੈਲ ਵੈਰੀ ਸਮਾਲ ਯੂ ਕੈਨੋਟ ਸੀ ਵਿਦ ਯੂਰ ਆਈ ਜੀ ਯੂ ਹੈਵ ਟੂ ਸੀ ਅੰਡਰ ਮਾਈਕਰੋਸਕੋਪ ਜੀ ਪਰ ਇਤਨਾ ਉਹ ਪਾਵਰਫੁਲ ਹੈ ਬੈਕਟੀਰੀਆ ਉਹ ਪੋਲੂਟੈਂਟਸ ਨੂੰ ਡਿਗਰੇਡ ਕਰਦਾ ਹੈ ਜੀ ਔਰ ਸਾਡੀ ਜਿਹੜੀ এনवायरमेंट ਹੈ ਕਲੀਨ ਹੋ ਜਾਂਦੀ ਹੈ ਅੱਛਾ ਮੈਂ ਸ਼੍ਰੀਨਗਰ ਗਿਆ ਸੀ ਜੀ ਸ਼੍ਰੀਨਗਰ ਕਸ਼ਮੀਰ ਯੂਨੀਵਰਸਿਟੀ ਜੀ ਉੱਥੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਜੀ ਫॉर ਅ ਕਾਨਫਰੰਸ ਨੋਨ ਐਸ ਮਾਈਕਰੋਬਾਇਓਮ ਜੀ ਮੈਂ ਟਾਕ ਦਿੱਤੀ ਜੀ ਮੈਂ ਕਿਹਾ ਵੀ ਬੈਕਟੀਰੀਆ ਬਹੁਤ ਪਾਵਰਫੁਲ ਨੇ ਜੀ ਸਾਡੇ ਸਕਿਨ ਦੇ ਉੱਪਰ ਬੈਕਟੀਰੀਆ ਨੇ ਸਿਰ ਤੋਂ ਲੈ ਕੇ ਪੈਰ ਤੱਕ ਜੀ ਬੈਕਟੀਰੀਆ ਸਾਡੇ ਪੇਟ ਅੰਦਰ ਬੈਕਟੀਰੀਆ ਨੇ ਬਹੁਤ ਉਹ ਸਾਨੂੰ ਬਹੁਤ ਹੈਲਪ ਕਰਦੇ ਨੇ ਡਾਈਜੈਸ਼ਨ ਕਰਦੇ ਨੇ ਤੇ ਵਿਟਾਮਿਨ ਬਣਾਉਂਦੇ ਨੇ ਸਾਡੇ ਵਾਸਤੇ ਜੀ ਡਾਈਜੈਸ਼ਨ ਕਰਦੇ ਨੇ ਇਹ ਸਭ ਕਰਦੇ ਨੇ ਜੀ ਅੱਛਾ ਸਕਿਨ ਜਿਹੜੀ ਹੈ ਨਾ ਇਹ ਸੈਕੰਡ ਵਾਰੀਅਰ ਹੈ ਜੀ ਜੋ ਬੈਕਟੀਰੀਆ ਸਾਡੇ ਉੱਪਰ ਸਾਨੂੰ ਦਿਖਦਾ ਨਹੀਂ ਪਰ ਜੋ ਬੈਕਟੀਰੀਆ ਹੈ ਉਹ ਸਾਨੂੰ ਸੇਵ ਕਰਦਾ ਹੈ ਜੋ ਖਰਾਬ ਬੈਕਟੀਰੀਆ ਹੈ ਬੈਡ ਬੈਕਟੀਰੀਆ ਉਹਨੂੰ ਮਾਰਦਾ ਹੈ ਜਿਹੜੀ ਸਾਡੀ ਸਕਿਨ ਹੈ ਉਹ ਸੈਕੰਡ ਵਾਰੀਅਰ ਹੈ ਫਰਸਟ ਵਾਰੀਅਰ ਮਾਈਕਰੋਬਾਇਓਮ ਹੈ ਜੀ ਤੇ ਵੀ ਸ਼ੁਡ ਪ੍ਰੀਜ਼ਰਵ ਕੰਜ਼ਰਵ ਬਾਇਓਡਾਇਵਰਸਿਟੀ ਜੀ ਦੇਖੋ ਜਿਹੜੇ ਪਲਾਂਟਸ ਨੇ ਉਹ ਆਕਸੀਜਨ ਦਿੰਦੇ ਨੇ ਸਾਨੂੰ ਜੀ ਔਰ ਉਸ ਤੋਂ ਬਾਅਦ ਫਿਰ ਜੋ ਹਨੀ ਬੀ ਹੈ ਉਹ ਹਨੀ ਦਿੰਦੀ ਹੈ ਸੋ ਵੀ ਹੈਵ ਟੂ ਪ੍ਰੀਜ਼ਰਵ ਬਾਇਓਡਾਇਵਰਸਿਟੀ ਤਾਂ ਕਿ ਸਾਨੂੰ ਸੇਵ ਕਰਨ ਸਾਨੂੰ ਹੈਲਪ ਕਰਨ ਜੀ ਔਰ ਬਹੁਤ ਕੁਝ ਬਣਾਉਂਦੇ ਨੇ ਦੇਖੋ ਦਹੀਂ ਬਣਦਾ ਹੈ ਜਿਹੜਾ ਉਹ ਲੈਕਟੋਬੈਸਿਲਸ ਬਣਾਉਂਦਾ ਹੈ ਦਹੀਂ ਚੀਜ਼ ਦਹੀਂ ਐਂਟੀਬਾਇਓਟਿਕ ਉਸ ਤੋਂ ਬਾਅਦ ਫਿਰ ਹਾਰਮੋਨ ਐਂਜ਼ਾਈਮਸ ਇਹ ਸਭ ਬੈਕਟੀਰੀਆ ਬਣਾਉਂਦੇ ਨੇ ਤੇ ਉਹਨਾਂ ਨੂੰ ਅਸੀਂ ਸੇਵ ਕਰਨਾ ਹੈ ਇਹਨਾਂ ਨੂੰ ਮਾਰਨਾ ਨਹੀਂ ਸੋ ਸਾਡੀ ਕੰਟਰੀ ਵਿੱਚ ਕਲਚਰ ਕਲੈਕਸ਼ਨ ਨੇ ਮਾਈਕਰੋਬੀਅਲ ਕਲਚਰ ਕਲੈਕਸ਼ਨ ਇਮਟੈਕ ਵਿੱਚ ਵੀ ਹੈ ਕਲਚਰ ਕਲੈਕਸ਼ਨ ਤੇ ਜਿਤਨੇ ਬੈਕਟੀਰੀਆ ਨੇ ਉਹਨਾਂ ਨੂੰ ਅਸੀਂ ਪ੍ਰੀਜ਼ਰਵ ਕਰਨਾ ਹੈ ਸੋ ਮੇਰਾ ਮੈਸੇਜ ਹੈ ਕੰਜ਼ਰਵ ਮਾਈਕਰੋਬੀਅਲ ਡਾਇਵਰਸਿਟੀ ਕੰਜ਼ਰਵ ਬਾਇਓਡਾਇਵਰਸਿਟੀ ਐਂਡ ਕੰਜ਼ਰਵ ਮਾਈਕਰੋਬਾਇਓਮ ਸਰ ਜੇਕਰ ਮੈਂ ਡਾਕਟਰ ਸਾਹਿਬ ਟੈਕਨੀਕਲ ਟਰਮਸ ਦੇ ਵਿੱਚ ਗੱਲ ਕਰਾਂ ਜੇਕਰ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਾਂ ਜਾਂ ਟੈਕਨੀਕਲ ਟਰਮਸ ਦੇ ਵਿੱਚ ਗੱਲ ਕਰਾਂ ਤਾਂ ਹਰ ਇੱਕ ਜਿਹੜਾ ਆਮ ਬੰਦਾ ਹੈ ਉਹਨੂੰ ਸਹਿਜੇ ਕਿਤੇ ਇਹਨਾਂ ਚੀਜ਼ਾਂ ਦੀ ਜਿਹੜੀ ਸਮਝ ਨਹੀਂ ਪੈਂਦੀ ਜਿਸ ਤਰੀਕੇ ਨਾਲ ਤੁਸੀਂ ਬੈਕਟੀਰੀਆ ਦੀ ਗੱਲ ਕੀਤੀ ਹੈ ਤੇ ਆਮ ਤੌਰ ਤੇ ਹਰ ਇੱਕ ਇਨਸਾਨ ਨੂੰ ਇਦਾਂ ਹੀ ਲੱਗਦਾ ਕਿ ਜੇ ਬੈਕਟੀਰੀਆ ਨੂੰ ਮਾਰ ਦਿੱਤਾ ਜਾਵੇ ਖਤਮ ਕਰ ਦਿੱਤਾ ਜਾਵੇ ਨਸ਼ਟ ਕਰ ਦਿੱਤਾ ਜਾਵੇ ਪਰ ਅਜਿਹੇ ਦੇ ਵਿੱਚ ਜਿਹੜੀ ਇਹ ਸਾਇੰਸ ਕੁਝ ਹੋਰ ਕਹਿੰਦੀ ਆ ਪਰ ਸਾਇੰਸ ਦੇ ਨਾਲ ਇੰਨੀ ਡੂੰਘੀ ਜਿਹੜੀ ਹੈਗੀ ਨੇੜਤਾ ਰੱਖਣ ਵਾਲੀ ਇੰਨੀ ਡੀਪ ਸਟੱਡੀ ਕਰਨ ਵਾਲੇ ਡਾਕਟਰ ਸਵਰਨਜੀਤ ਸਿੰਘ ਜੀ ਦੇ ਜੇਕਰ ਮੈਂ ਹੌਬੀਜ਼ ਦੀ ਗੱਲ ਕਰਾਂ ਤਾਂ ਉਹ ਕੀ ਨੇ when I was in class 7 ਜੀ my parents took me to Burma ਜੀ ਉਸ ਜਗ੍ਹਾ ਦਾ ਨਾਮ ਹੈ ਤਾਮੂ ਜੀ ਤੇ I was in class 7 very small boy ਜੀ my father and mother they got me guitar red guitar ਜੀ ਤੇ Nagas they are very very music loving ਜੀ ਤੇ ਉਹ ਸਾਰੇ ਗਾਉਂਦੇ ਨੇ ਔਰ ਵਜਾਉਂਦੇ ਨੇ ਗਿਟਾਰ ਜੀ ਮੈਂ ਉਹਨਾਂ ਕੋਲੋਂ ਗਿਟਾਰ ਸਿੱਖਿਆ ਜੀ ਹਾਂਜੀ ਤੇ ਗਿਟਾਰ ਸਿੱਖ ਕੇ when I went to college I used to get first prize in the college in the university and in the north east zone I got first prize ਫਿਰ ਮੈਂ MSc ਕਰਨ ਵਾਸਤੇ BHU ਗਿਆ ਬਨਾਰਸ ਹਿੰਦੂ ਯੂਨੀਵਰਸਿਟੀ ਜੀ ਉੱਥੇ ਵੀ ਮੈਨੂੰ ਫਰਸਟ ਪ੍ਰਾਈਜ਼ ਮਿਲਿਆ ਮਿਊਜ਼ਿਕ ਵਿੱਚ ਵੈਸਟਰਨ ਸੋਲੋ ਜੀ ਗਿਟਾਰ ਨਾਲ ਮੈਂ ਗਾਉਂਦਾ ਸੀ ਜੀ ਇੱਕ ਤੇ ਮੇਰੀ ਇਹ ਹੌਬੀ ਹੈ ਜੀ along with science I love music ਉਸ ਤੋਂ ਬਾਅਦ I like driving very much car ਮੈਂ ਜਦੋਂ USA ਗਿਆ ਸੀ ਇੱਕ ਸਾਲ ਵਾਸਤੇ ਮੈਂ 50,000 miles ਗੱਡੀ ਚਲਾਈ that's great I enjoyed driving and I was alone in USA nobody has got time you have to be alone in the car and you have to drive nobody goes with you but I enjoyed every moment and I saw so many places in USA because of my driving ਜੀ ਬਹੁਤ ਵਧੀਆ ਸਰ ਜਿਸ ਤਰੀਕੇ ਪਿਆਰੇ ਦਰਸ਼ਕੋ ਆਪਾਂ ਕਹਿੰਦੇ ਆ ਕਿ ਜਿਹੜੇ
ਆਮ ਤੌਰ ਤੇ ਲੋਕਾਂ ਦੀ ਇੱਕ ਧਾਰਨਾ ਬਣ ਜਾਂਦੀ ਹੈ ਕਿ ਜਿਹੜੇ ਇਨਸਾਨ ਇੰਨੀ ਡੀਪ ਸਟੱਡੀ ਕਰਦੇ ਨੇ, ਇੰਨਾ ਜ਼ਿਆਦਾ ਪੜ੍ਹ ਲਿਖ ਜਾਂਦੇ ਨੇ ਤੇ ਉਹ ਜਿਹੜੇ ਨੇ ਨੇਚਰ ਤੋਂ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਹੌਬੀਜ਼ ਨੇ ਇਸ ਤਰੀਕੇ ਦੀਆਂ, ਚਾਹੇ ਉਹ ਗਾਉਣ ਵਜਾਉਣ ਦੀਆਂ ਹੋਣ, ਖਾਸ ਕਰਕੇ ਜਿਹੜੀਆਂ ਮਿਊਜ਼ਿਕ ਦੀਆਂ ਨੇ, ਨਹੀਂ ਹੁੰਦੀਆਂ। ਪਰ ਇਹਨਾਂ ਨੇ ਇਸ ਧਾਰਨਾ ਨੂੰ ਜਿਹੜਾ ਹੈਗਾ ਗਲਤ ਸਾਬਿਤ ਕਰ ਦਿੱਤਾ। ਮੈਂ ਸਪੈਸ਼ਲੀ ਮੈਂ ਜਿੰਨਾ ਕੁ ਪੜ੍ਹਿਆ ਸੀ ਸਰ ਦੇ ਬਾਰੇ, ਤੇ ਉਸ ਸਮੇਂ ਸਰ ਨੂੰ ਗੁਜ਼ਾਰਿਸ਼ ਕੀਤੀ ਸੀ, ਇੰਤਹਾ ਕੀਤੀ ਸੀ ਕਿ ਜਦੋਂ ਵੀ ਤੁਸੀਂ ਸਟੂਡੀਓ ਦੇ ਵਿੱਚ ਆਓ ਤਾਂ ਗਿਟਾਰ ਜ਼ਰੂਰ ਲੈ ਕੇ ਆਉਣਾ, ਕਿਉਂਕਿ ਇੰਨਾ ਕੁ ਮੈਨੂੰ ਇਹਨਾਂ ਦੇ ਬਾਰੇ ਪਤਾ ਸੀ। ਹੋਰ ਵੀ ਹੌਬੀਜ਼ ਦੇ ਬਾਰੇ ਪਤਾ ਲੱਗ ਗਿਆ ਕਿ ਇਹਨਾਂ ਨੂੰ ਲੌਂਗ ਡਰਾਈਵ ਜਿਹੜਾ ਕਰਨਾ ਹੈ ਬੜਾ ਪਸੰਦ ਹੈ। ਅਸੀਂ ਗਿਟਾਰ ਵੀ ਸੁਣਨੀ ਆ, ਪਰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਖਾਸ ਮੁਲਾਕਾਤ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਆਪਣੇ ਮਨਪਸੰਦ ਸਿਤਾਰਿਆਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ, ਸਿੰਗਰਸ, ਐਕਟਰਸ ਦੇ ਆਪਣੇ ਫੇਵਰਿਟ ਆਰਟਿਸਟ ਦੀਆਂ ਇੰਟਰਸਟਿੰਗ ਕਹਾਣੀਆਂ ਨੂੰ? ਤਾਂ ਦੇਖੋ ਸਾਡਾ ਸਪੈਸ਼ਲ ਪ੍ਰੋਗਰਾਮ ਜੀ ਆਇਆਂ ਨੂੰ ਹਰ ਸ਼ੁੱਕਰਵਾਰ ਦੁਪਹਿਰ 2:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਸੋਮਵਾਰ ਦੁਪਹਿਰ 2:30 ਵਜੇ ਓਨਲੀ ਔਨ ਚੜ੍ਹਦੀ ਕਲਾ ਟਾਈਮ ਟੀਵੀ। ਜੀ ਆਇਆਂ ਨੂੰ। ਖਾਸ ਮੁਲਾਕਾਤ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਮੈਨੂੰ ਪਤਾ ਹੈ ਤੁਸੀਂ ਐਕਸਾਈਟਿਡ ਹੋ ਤੇ ਐਕਸਾਈਟਿਡ ਮੈਂ ਵੀ ਹਾਂ, ਕਿਉਂਕਿ ਅੱਜ ਅਸੀਂ ਸੁਣਨ ਜਾ ਰਹੇ ਹਾਂ ਸਾਇੰਟਿਸਟ ਜਿਹੜੇ ਕਿ ਡਾਕਟਰ ਸਵਰਨਜੀਤ ਸਿੰਘ ਇਸ ਸਮੇਂ ਸਾਡੇ ਨਾਲ ਹਾਜ਼ਰ ਨੇ, ਉਹਨਾਂ ਦੀ ਕੋਲੋਂ ਗਿਟਾਰ, ਕਿਉਂਕਿ ਸਾਇੰਸ ਦੇ ਖੇਤਰ ਦੇ ਵਿੱਚ ਇਹਨਾਂ ਨੂੰ ਬੁਲੰਦੀਆਂ ਨੂੰ ਸਰ ਕਰਦੇ ਹੋਏ ਤੁਸੀਂ ਦੇਖਿਆ, ਪਰ ਵਾਕਈ ਗਿਟਾਰ ਵੀ ਬਹੁਤ ਸੋਹਣੀ ਵਜਾਉਂਦੇ ਨੇ। ਤੇ ਆਓ ਫਿਰ ਆਨੰਦ ਮਾਣਦੇ ਹਾਂ ਇਹਨਾਂ ਵੱਲੋਂ ਵਜਾਈ ਹੋਈ ਗਿਟਾਰ ਦਾ। ਸੋ ਪਲੀਜ਼ ਸਰ। एक ग्रुप सॉन्ग है जी, हिप्पी या जी, ये सारे ਅਸੀਂ ਗਾ ਸਕਦੇ ਹਾਂ। जी। Shall be coming round the mountain when she comes. Shall be coming round the mountain when she comes. Shall be coming round the mountain. Shall be coming round the mountain. Shall be coming round the mountain when she comes. Hippie-ya-ya, hippie-hippie-ya, singing ya-ya, hippie-hippie-ya, hippie-ya, singing ya-ya, hippie-hippie-ya, singing ya-ya, hippie-hippie-ya. Shall be riding blue white horses when she comes. Shall be riding blue white horses when she comes. Shall be riding blue white horses. Shall be riding blue white horses. Shall be riding blue white horses when she comes. Shall be drinking black night whiskey when she comes. Shall be drinking black night whiskey when she comes. Shall be drinking black night whiskey. Shall be drinking black night whiskey. Shall be drinking black night whiskey when she comes. Hippie-ya-ya, hippie-hippie-ya, singing ya-ya, hippie-hippie-ya, hippie-ya, singing ya-ya, hippie-hippie-ya, singing ya-ya, hippie-hippie-ya. ਬਹੁਤ ਹੀ ਵਧੀਆ ਸਰ, ਬਹੁਤ ਹੀ ਵਧੀਆ ਆਨੰਦ ਮਾਣਿਆ ਸੀ। ਸਰ ਬੇਸਿਕਲੀ ਤੁਹਾਡੇ ਤੋਂ ਜਾਣਨਾ ਚਾਹਾਂਗੀ, ਜਿਸ ਤਰੀਕੇ ਨਾਲ ਮਿਊਜ਼ਿਕ ਦਾ ਜੋ ਸੀ ਉਹ ਆਨੰਦ ਮੈਨੂੰ ਆ ਰਿਹਾ ਸੀ, ਬਹੁਤ ਸੋਹਣਾ ਤੁਸੀਂ ਵਜਾਇਆ, ਗਾਇਆ ਵੀ ਬਹੁਤ ਸੋਹਣਾ। ਲੇਕਿਨ ਜੇਕਰ ਮੈਂ ਗੱਲ ਕਰਾਂ ਇੱਕ ਥੀਮ ਦੀ, ਤਾਂ ਇਹ ਜਿਹੜੀ ਥੀਮ ਸੀ ਕਿਹੜੇ ਕੰਟਰੀ ਦੇ ਨਾਲ ਜਿਹੜੀ ਹੈਗੀ ਮੈਚ ਕਰਦੀ ਹੈ? UK ਜੀ, ਲੰਡਨ ਉਹਦੇ ਨਾਲ ਮੈਚ ਕਰਦੀ ਹੈ, ਜੀ, ਕਿਉਂਕਿ ਇਹ ਗਾਣਾ ਓਰੀਜਿਨੇਟ ਕੀਤਾ ਸੀ UK 'ਚ। ਓਕੇ। ਫਿਰ ਊਸ਼ਾ ਉੱਤਮ ਨੇ ਵੀ ਗਾਇਆ ਹੈ ਗਾਣਾ, ਬੜਾ ਫੇਮਸ ਗਾਣਾ ਹੈ, ਜੀ, ग्रुप सॉन्ग है, जी। पिकनिक सॉन्ग है, ਜੀ, तो इंडिया नाल भी मैच करता है। ਜੀ। हाँ जी। ਤੇ ਇਸ ਨਾਲ ਹੀ ਗੱਲ ਕਰਾਂ ਸਰ, ਕਿਹੜੀ ਕੰਟਰੀ ਵਿੱਚ ਘੁੰਮ ਚੁੱਕੇ ਤੇ ਉੱਥੇ ਜਾ ਕੇ ਜਦੋਂ ਤੁਸੀਂ ਗਏ ਹੋ, ਤਾਂ ਇਹ ਜੇਕਰ ਮੈਂ ਕਲਚਰ ਦੀ ਗੱਲ ਕਰਾਂ ਤਾਂ ਪੰਜਾਬ ਦਾ ਜਿਹੜਾ ਸਾਡਾ ਕਲਚਰ ਆ ਜਾਂ ਫਿਰ ਇੰਡੀਆ ਦਾ ਕਲਚਰ ਆ, ਬਿਲਕੁਲ ਵੱਖਰਾ ਪਾਇਆ ਹੋਵੇਗਾ। ਤੇ ਸਾਇੰਸ ਦੇ ਖੇਤਰ ਵਿੱਚ ਵੀ ਉੱਥੇ ਵੀ ਜਾ ਕੇ ਕੰਮ ਕੀਤਾ ਹੋਵੇਗਾ, ਕਿਸ ਤਰੀਕੇ ਦਾ ਲੱਗਿਆ? मैं USA गया, जर्मनी गया, जापान गया, ऑस्ट्रेलिया, मलेशिया एंड चाइना। ਜੀ, ਮੈਨੂੰ ਸਭ ਤੋਂ ਅੱਛਾ ਕਲਚਰ ਫॉर ਪੰਜਾਬ ਜੀ, ਮੈਨੂੰ ਲੱਗਿਆ ਜਾਪਾਨ ਦਾ। ਕਾਰਨ ਇਹ ਵੇ ਬਈ, ਜਦੋਂ ਅਸੀਂ ਲੈਬ ਵਿੱਚ ਹੁੰਦੇ ਸੀ, ਜਦੋਂ ਅਸੀਂ ਕੰਮ ਕਰਦੇ ਸੀ, ਹਾਂਜੀ, ਕੋਈ ਗੱਲ ਨਹੀਂ ਕਰਦਾ ਸੀ। ਅੱਛਾ,
ਉਹ ਖਾਲੀ ਆਪਣਾ ਕੰਮ ਕਰਦੇ ਨੇ। ਕਦੀ ਮੈਂ ਕਹਿੰਦਾ ਸੀ, ਮੈਂ ਇੰਡੀਆ ਤੋਂ ਗਿਆ ਤੇ ਮੈਂ ਕਹਿੰਦਾ ਸੀ ਯਾਰ ਚਲੋ ਚਾਹ ਪੀ ਕੇ ਆਉਂਦੇ ਹਾਂ ਜੀ। ਉਹ ਬੜੇ ਆਸਤੇ ਜਿਹਾ ਬੋਲਦੇ ਸੀ, ਆਈ ਐਮ ਡੂਇੰਗ ਵਰਕ ਆਫਟਰ ਬ੍ਰੇਕ ਯੂ ਵਿਲ ਗੋ। इंडिया विच कहते चलो ये चाय पीने चलो, वो या खाना खाने चलो, या बाहर बैठते हैं धूप में, पर वो उड़ते नहीं सी। आई स्टेड इन जापान फॉर 6 months जी। मैनू मोबाइल फोन की आवाज़ नहीं आई जी। ट्रेन विच भी, लैब विच भी, मार्केट विच भी जी। कोई बैल नहीं बजी मोबाइल की, क्योंकि वो बहुत डिसिप्लिन है। जी। उत्थे एटॉम बॉम्ब पिया हिरोशिमा जी। हुण फिर डेवलप कर गए नो। जी। तो ਜਦੋਂ वो गल करते हैं टैलीफोन से इतनी स्लो आवाज़ से करते हैं कि तुम्हें आवाज़ नहीं आती जी। और कोई टैलीफोन की रिंग नहीं जी। आती। डिसिप्लिन बहुत ज़्यादा है जी। तो आफ्टर ऑफिस आवर दे आर वेरी गुड, बट ऑफिस आवर भी जो काम करते हैं एंड देयर इज़ नो शॉर्टकट लाइक तुसी क्या सी शॉर्टकट नहीं है फॉर सक्सेस, यू हैव टू गो स्टेप बाय स्टेप। मेरे सुपरवाइजर ने उत्थे कहा भी लेट अस गो टू साउथ जापान, ਉਹਦਾ ਨਾਮ ਹੈ ਕਿਊਸ਼ੂ ਆਈਲੈਂਡ, ਕਿਊਸ਼ੂ। ਤੇ ਮੈਂ ਕਿਹਾ ਸਰ ਵਾਈ? ਕਹਿੰਦਾ ਉੱਥੇ ਨਾ ਐਸਿਡ ਨਿਕਲਦੀ ਹੈ, ਇੱਕ ਤੇ ਵੋਲਕੈਨੋ ਹੁੰਦੇ ਨੇ, ਇੱਕ ਐਸਿਡ ਜ਼ਮੀਨ ਤੋਂ ਨਿਕਲਦੀ ਹੈ, ਉਹ ਅਸੀਂ ਦੇਖ ਕੇ ਆਨੇ ਜਾ ਕੇ। ਮੈਂ ਗਿਆ ਉੱਥੇ, ਮੈਂ ਦੇਖਿਆ ਉੱਥੇ ਗਰਮ ਐਸਿਡ, ਸਲਫਰਿਕ ਐਸਿਡ ਨਿਕਲਦੀ ਹੈ, ਮਤਲਬ ਇਤਨੀ ਹੀਟ ਹੈ ਅਰਥ ਵਿੱਚ, ਕੋਈ ਐਸਿਡ ਬਾਹਰ ਨਿਕਲਦੀ, ਸ਼ਾਵਰ ਨਿਕਲਦਾ ਹੈ। तो उत्थे भी कोई बैक्टीरिया ग्रो करता है। टैंपरेचर इज़ अबाउट 100 डिग्री सेंटीग्रेड और एसिड है, तब भी उत्थे बैक्टीरिया ग्रो करते हैं जी। तो उत्थों मैं सैंपल लैके आया, सॉयल सैंपल, मैं आके इत्थे लैब विच बैक्टीरिया आइसोलेट किए जी, तो उन्होंने प्रिजर्व किया जी, और स्टडी किया उन्होंने जी। तो वो मेरा सुपरवाइजर भी मेरे नाल गया, तो जदों असीं काम करते सी वो गल नहीं करता सी जी। कहते पहले असी सॉइल लवांगे, सॉइल ਨੂੰ ਪ੍ਰੋਸੈਸ ਕਰਾਂਗੇ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਮੀਨਸ ਜਦੋਂ ਕੰਮ ਤੇ ਧਿਆਨ ਆ ਤਾਂ ਬਸ ਕੰਮ ਤੇ ਹੈ। ਉਹ 100% ਕੰਮ। ਆਈ ਥਿੰਕ ਦੇ ਆਰ ਮੋਰ ਡੈਡੀਕੇਟਿਡ ਦੈਨ ਦ ਅਮਰੀਕਨਸ ਐਂਡ ਜਰਮਨਸ ਜੀ। ਇਸੇ ਕਰਕੇ ਉਹ ਆਫਟਰ ਐਟਮ ਬੰਬ ਵਾਪਸ ਆ ਗਏ ਜੀ। ਬਹੁਤ ਅੱਛੀ ਗੱਲ ਸਰ, ਤੁਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਘੁੰਮੇ, ਉੱਥੋਂ ਦੇ ਕਲਚਰ ਨੂੰ ਵੀ ਜਾਣਿਆ, ਉੱਥੋਂ ਦੇ ਲੋਕਾਂ ਨੂੰ ਵੀ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ। ਪਰ ਇੱਥੇ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੱਜ ਸਾਡੇ ਲਈ ਬੜੀ ਜਿਹੜਾ ਹੈਗਾ ਦੁਖਦਾਇਕ ਗੱਲ ਹੈ ਕਿ ਜਿਹੜਾ ਸਾਡੀ ਧਰਤੀ ਦਾ ਹੇਠਲਾ ਜਿਹੜਾ ਹੈਗਾ ਪਾਣੀ ਖਤਮ ਹੁੰਦਾ ਜਾ ਰਿਹਾ। ਇਸ ਖੇਤਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਕੀਤਾ ਜਾਣਾ ਬੜਾ ਲਾਜ਼ਮੀ ਹੈ ਇਸ ਸਟੇਜ 'ਤੇ? ਇੱਕ ਤਾਂ ਰੇਨ ਵਾਟਰ ਹਾਰਵੈਸਟਿੰਗ ਬਹੁਤ ਇੰਪੋਰਟੈਂਟ ਹੈ। ਚੰਡੀਗੜ੍ਹ ਵਿੱਚ ਰੂਲ ਆ ਗਿਆ ਹੈ ਵੀ ਜਿੰਨਾ ਰੇਨ ਵਾਟਰ ਹੈ ਤੁਸੀਂ ਹਾਰਵੈਸਟ ਕਰੋ। मेरा घर सैक्टर 11 विच है, डॉक्टर भजन सिंह आई स्पैशलिस्ट उत्थे रहिंदे ने, तो उन्होंने एक लगाया है रेन हार्वेस्टिंग। और दूजी गल है वी शुड सेव वाटर, मतलब अगर कोई टैप खराब है, छोटी जी गल है, टैप खराब है उन्होंने ठीक कराओ या उन्होंने बंद कर दो, एनी वे चलता पाया पानी चलता पाया। वी हैव टू सेव एवरी ड्रॉप ऑफ वाटर, ओनली देन वी कैन गेट वाटर इन द फ्यूचर जी। ਅਖੀਰ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਇਹ ਕਹਿਣਾ ਵੀ ਵੈਨ ਯੂ ਆਰ ਵਰਕਿੰਗ ਵਰਕ ਵੈਰੀ ਹਾਰਡ, ਵੈਨ ਯੂ ਆਰ ਪਲੇਇੰਗ play very nicely, when you're enjoy very nicely, but in work time do your work and publish in a very good journal so that you get fame from the society. ਥੈਂਕ ਯੂ ਵੈਰੀ ਮਚ ਸਰ। ਬਹੁਤ ਸੋਹਣੀ ਜਾਣਕਾਰੀ ਅੱਜ ਡਾਕਟਰ ਸਵਰਨਜੀਤ ਸਿੰਘ ਹੁਰਾਂ ਨੇ ਸਾਡੇ ਨਾਲ ਸਾਂਝੀ ਕੀਤੀ। ਖਾਸ ਤੌਰ 'ਤੇ ਵੱਡੀ ਗੱਲ ਕਿ ਸਫਲਤਾ ਦਾ ਜਿਹੜਾ ਹੈ ਉਹ ਕੋਈ ਵੀ ਸ਼ਾਰਟਕਟ ਨਹੀਂ ਹੁੰਦਾ। ਇਸ ਦੇ ਲਈ ਇਹਨਾਂ ਨੇ ਵੀ ਲਗਾਤਾਰ 30 ਸਾਲ ਮਿਹਨਤ ਕੀਤੀ ਅਤੇ ਕਿਸੇ ਨੂੰ ਵੀ ਜਿਹੜੀ ਸਫਲਤਾ ਇੱਕਦਮ ਨਹੀਂ ਮਿਲ ਜਾਂਦੀ। ਇਸ ਦੇ ਲਈ ਘਾਲਣਾ ਕਰਨੀ ਹੀ ਪੈਂਦੀ ਹੈ, ਮਿਹਨਤ ਕਰਨੀ ਹੀ ਪੈਂਦੀ ਹੈ ਅਤੇ ਜਿਸ ਦੇ ਸਦਕਾ ਹੀ ਉਹ ਸਫਲਤਾ ਮਿਲਦੀ ਹੈ। ਇਹਨਾਂ ਲਈ ਦੋ ਸ਼ਬਦ ਕਹਾਂਗੀ, ਇਹਨਾਂ ਹਨੇਰਿਆਂ ਨੇ ਤੱਕ ਰੌਸ਼ਨੀ ਆਪੇ ਪਰਤ ਜਾਣਾ ਹੈ, ਮੈਂ ਚਿਨਕ ਚਾਨਣ ਦੀ ਅਤੇ ਸੂਰਜ ਮੇਰਾ ਨਿਸ਼ਾਨਾ ਹੈ। ਜਦੋਂ ਇੱਕ ਚੀਜ਼ ਮਿੱਥ ਲਈ ਇੱਕ ਮਨ ਦੇ ਵਿੱਚ ਤੈਅ ਕਰ ਲਿਆ ਕਿ ਇਹ ਜਿਹੜੀ ਮੰਜ਼ਿਲ ਮੈਂ ਪਾਉਣੀ ਹੈ ਤਾਂ ਉਦੋਂ ਫਿਰ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਤੁਸੀਂ ਉਹ ਮੰਜ਼ਿਲ ਨੂੰ ਨਾ ਪਾ ਸਕੋ। ਕੁਦਰਤ ਵੀ ਤੁਹਾਡੇ ਨਾਲ ਹੋ ਕੇ ਤੁਹਾਨੂੰ ਉਹ ਮੰਜ਼ਿਲ ਦੀ ਪ੍ਰਾਪਤੀ ਕਰਾਉਣ ਵੱਲ ਅੱਗੇ ਵੱਲ ਵੱਧਦੀ ਹੈ। ਸੋ ਅਗਲੇ ਹਫਤੇ ਇਸੇ ਸਮੇਂ ਇਸੇ ਚੈਨਲ 'ਤੇ ਅਸੀਂ ਦੇਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਦਰਸ਼ਨ ਅਤੇ ਖਾਸ ਮੁਲਾਕਾਤ ਦੇ ਵਿੱਚ ਇਸੇ ਤਰੀਕੇ ਹੀ ਤੁਹਾਡਾ
ਸਾਨੂੰ ਜੋ ਪਿਆਰ ਮਿਲ ਰਿਹਾ ਹੈ ਇਹ ਮਿਲਦਾ ਰਹੇ, ਇਸ ਦੇ ਲਈ ਅਸੀਂ ਆਸ ਕਰਦੇ ਹਾਂ। ਹੁਣ ਮੈਨੂੰ ਹਰਦੀਪ ਕੌਰ ਵਿਰਕ ਨੂੰ ਤੇ ਮੇਰੇ ਨਾਲ ਡਾਕਟਰ ਸਵਰਨਜੀਤ ਸਿੰਘ ਹੋਰਾਂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰੋਗਰਾਮ ਖਾਸ ਮੁਲਾਕਾਤ। ਧੰਨਵਾਦ, ਰੱਬ ਰਾਖਾ, ਸ਼ਬਕ ਹੈ। ਸਤਿ ਸ਼੍ਰੀ ਅਕਾਲ। खास मुलाकात।